ਮਿੰਟੂ ਜੀ, ਜਲੰਧਰ ਲਾਗੇ ਜਿਹੜੇ ਪਰਿਵਾਰ ਘਰੋਂ ਬੇਘਰ ਹੋਏ ਨੇ, ਉਹਨਾਂ ਨੂੰ ਹੁਣ ਟੁੱਟੇ ਘਰਾਂ ਦੇ ਬਦਲੇ ਉਹਨਾਂ ਉਜੜੇ ਲੋਕਾਂ ਨੂੰ ਫਲੈਟਸ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਕੀ ਵੇਰਵਾ ਜੀ, ਉਹਨਾਂ ਪਰਿਵਾਰਾਂ ਦੀ ਸਾਰ ਕੌਣ ਲੈ ਰਿਹਾ ਹੁਣ? ਜੀ ਵਿਜੇ ਜੀ, ਦੇਖੋ ਪਹਿਲੀ ਗੱਲ ਤੇ ਇਹ ਹੈ ਕਿ ਇਹ ਜਲੰਧਰ ਦੇ ਲਾਗੇ ਨਹੀਂ, ਇਹ ਬਿਲਕੁਲ ਜਲੰਧਰ ਦੇ ਵਿੱਚ ਆ ਜਾਂਦਾ ਵਿੱਚ ਹੀ ਹੈ। ਇੱਕ ਪਾਸੇ ਮਾਡਲ ਟਾਊਨ, ਦੂਸਰੇ ਪਾਸੇ ਗੁਰੂ ਤੇਗ ਬਹਾਦਰ ਨਗਰ, ਜਾਨੀ ਦੋਨੇ ਹੀ ਪੌਸ਼ ਇਲਾਕੇ। ਤਾਂ ਹੀ ਤਾਂ ਜ਼ਮੀਨ ਦੀ ਕੀਮਤ ਬਹੁਤ ਹੈ ਨਾ ਜੀ, ਤਾਂ ਹੀ ਤਾਂ ਇੰਪਰੂਵਮੈਂਟ ਟਰਸਟ ਜਿਹੜਾ ਹੈ ਉਹ ਸੁਪਰੀਮ ਕੋਰਟ ਤੱਕ ਜਾ ਕੇ ਲੜਦਾ ਆ। ਤਾਂ ਖੈਰ ਦੇਖੋ ਉਹਨਾਂ ਦੇ ਹਾਲਾਤ ਵਿਚਾਰਿਆਂ ਦੇ ਵੈਸੇ ਹੀ ਹੈ। ਹਾਲਾਂਕਿ ਆਪਾਂ ਜਿਵੇਂ ਕੱਲ ਕਰ ਰਹੇ ਸੀਗੇ ਕਿ ਕੁਝ ਖਾਲਸਾ ਏਡ ਵਾਲਿਆਂ ਨੇ ਉੱਥੇ ਟੈਂਟ ਵਗੈਰਾ ਲਾਏ ਨੇ, ਤਾਂ ਇਹ ਆ ਕਿ ਬਈ ਇਸ ਮਾਮਲੇ ਦੇ ਵਿੱਚ ਅੱਜ ਜਿਹੜਾ ਐਲਾਨ ਕੀਤਾ, ਕਿਉਂਕਿ ਦੇਖੋ ਹਮਦਰਦੀ ਬਹੁਤ ਸੀ ਉਹਨਾਂ ਪਰਿਵਾਰਾਂ ਦੇ ਨਾਲ, ਔਰ ਰਾਜਨੀਤੀ ਤੁਹਾਨੂੰ ਪਤਾ ਇਹਨਾਂ ਚੀਜ਼ਾਂ ਤੋਂ ਹਮੇਸ਼ਾ ਚਿੰਤਤ ਰਹਿੰਦੀ ਆ, ਕਿਉਂਕਿ ਗਾਂ ਨਿਗਮ ਦੇ ਇਲੈਕਸ਼ਨ ਆਉਣੇ, ਜਲੰਧਰ ਦੇ ਵਿੱਚ ਫੇਰ ਚੋਣ ਹੋਏਗੀ, ਫੇਰ ਵੋਟਾਂ ਮੰਗਣੀਆਂ ਨੇ। ਸੱਤਾਧਾਰੀ ਵਿੱਚ ਜਾ ਨਹੀਂ ਸਕਦੇ, ਉਹਨਾਂ ਦੀ ਮਜਬੂਰੀ ਆ, ਕਿਉਂਕਿ ਲੋਕ ਉੱਥੇ ਗੁੱਟੋ ਫੜ ਕੇ 36 ਪ੍ਰਕਾਰ ਦੇ ਸਵਾਲ ਪੁੱਛਣਗੇ। ਸੋ ਲਿਹਾਜ਼ਾ ਅੱਜ ਇਹਨਾਂ ਨੇ ਪੀਸੀ ਕਰਕੇ ਇੰਪਰੂਵਮੈਂਟ ਟਰਸਟ ਦੇ ਜਿਹੜੇ ਚੇਅਰਮੈਨ ਬਣਾਏ ਹੋਏ ਜਗਤਾਰ ਸਿੰਘ ਜੀ ਸੰਗੇੜਾ, ਤਾਂ ਉਹ ਅੱਜ ਮੁਖਾਤਬ ਹੋਏ ਪੱਤਰਕਾਰਾਂ ਦੇ, ਉਹਨਾਂ ਨੇ ਇਹ ਗੱਲ ਕਹੀ ਕਿ ਦੇਖੋ ਪਹਿਲੀ ਗੱਲ ਤੇ ਇਹ ਹੈ ਕਿ ਸਾਡੀ ਮਜਬੂਰੀ ਬਣ ਗਈ ਕਿਉਂਕਿ ਸੁਪਰੀਮ ਕੋਰਟ ਦੇ ਆਰਡਰ ਸਨ। ਦੂਜੀ ਗੱਲ ਇਹ ਹੈ ਕਿ 2012 ਦੇ ਵਿੱਚ ਹੀ ਮੁਕੱਦਮਾ ਜਿੱਤ ਗਈ ਸੀ ਉਦੋਂ ਦੀ ਸਰਕਾਰ, ਪਰ ਉਹਨਾਂ ਨੇ ਮਤਲਬ ਕਿ ਇਸ ਆਰਡਰ ਨੂੰ ਲਾਗੂ ਨਹੀਂ ਕੀਤਾ। ਹੁਣ ਜਦੋਂ ਉੱਥੇ ਅਦਾਲਤੀ ਅਵੱਗਿਆ ਦਾ ਮਾਮਲਾ ਸਾਡੇ ਗੱਲ 'ਚ ਪੈ ਗਿਆ ਤਾਂ ਫਿਰ ਅਸੀਂ ਇਹ ਨਾ ਕਰਦੇ ਤਾਂ ਕੀ ਕਰਦੇ। ਹਾਲਾਂਕਿ ਉਹਨਾਂ ਦੇ ਹੱਥ ਜੋੜ ਕੇ ਮਾਫੀ ਮੰਗੀ, ਜਜ਼ਬਾਤੀ ਹੁੰਦੇ ਆ ਕਿ ਦੇਖੋ ਸਾਡੀ ਇਹ ਭੁੱਲ ਕਹਿ ਲਓ ਜਾਂ ਸਾਡੀ ਇਹ ਮਜਬੂਰੀ ਕਹਿ ਲਓ ਕਿ ਬਈ ਸਾਥੋਂ ਉਹਨਾਂ ਗਰੀਬਾਂ ਦੇ ਵੀ ਘਰ ਢਾਏ ਗਏ ਜਿਹੜੇ ਕਿ ਬੜੀ ਲੋ ਇਨਕਮ ਵਾਲੇ ਨੇ, ਇਹ ਉਹਨਾਂ ਨੇ ਮੰਨਿਆ ਜੀ। ਤੇ ਨਾਲ ਫਿਰ ਉਹਨਾਂ ਨੇ ਇਸ ਗੱਲ ਨੂੰ ਮਤਲਬ ਕਿ ਇਕਬਾਲ ਕਰਦੇ ਆ, ਇਸ ਗੱਲ ਨੂੰ ਤਸਲੀਮ ਕਰਦੇ ਆ ਕਿ ਹਾਂ ਸਾਥੋਂ ਇੱਕ ਸਾਰਾ ਕੁਝ ਹੋਇਆ, ਪਰ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ 2 ਬੈਡਰੂਮ ਦੇ ਫਲੈਟ ਜਿਹੜੇ ਬਣਾ ਕੇ ਦੇਵਾਂਗੇ ਤੇ ਜਿਹੜੇ ਮੌਜੂਦਾ ਰਹਿائشੀ ਟਿਕਾਣੇ ਨੇ ਇਹਨਾਂ ਦੇ, ਮਤਲਬ ਕਿ ਜਿਹੜੇ ਘਰ ਨੇ ਜਿਹੜੇ ਢਾਏ ਗਏ ਆ ਉਹਨਾਂ ਤੋਂ ਬਿਹਤਰ ਹੋਣਗੇ। ਇੱਕ ਹਾਲ ਹੋਏਗਾ, ਇੱਕ ਰਸੋਈ ਹੋਏਗੀ, ਵਧੀਆ ਅਸੀਂ ਬਣਾ ਕੇ ਦੇਵਾਂਗੇ, ਸਾਡੇ ਤੇ ਯਕੀਨ ਰੱਖੋ, ਥੋੜਾ ਟਾਈਮ ਲੱਗੇਗਾ ਪਰ ਅਸੀਂ ਇਹਨਾਂ ਨੂੰ ਘਰ ਜ਼ਰੂਰ ਬਣਾ ਕੇ ਦੇਵਾਂਗੇ। ਨਾਲ ਉਹਨਾਂ ਨੇ ਇੱਕ ਚੀਜ਼ ਹੋਰ ਐਡ ਕੀਤੀ ਕਿ ਦੇਖੋ ਇਹਦੇ ਵਿੱਚ ਉਹ ਕਹਿੰਦੇ ਨੇ ਕਿ ਸਾਰੇ ਗਰੀਬ ਨਹੀਂ ਹਨ। ਉਹ ਕਹਿੰਦੇ ਕਿ ਇਹਦੇ ਵਿੱਚ ਲੈਂਡ ਮਾਫੀਆ, ਉਹਨਾਂ ਨੇ ਜਿਹੜਾ ਸ਼ਬਦ ਇਸਤੇਮਾਲ ਕੀਤਾ ਕਿ ਗਰੀਬਾਂ ਨੂੰ ਅੱਗੇ ਰੱਖ ਕੇ ਕੁਛ ਧਨਾਡਾਂ ਨੇ ਯਾਨੀ ਲੈਂਡ ਮਾਫੀਆ ਜਿਹੜਾ ਕੁਛ ਉਹਨਾਂ ਬੰਦਿਆਂ ਨੇ ਜ਼ਮੀਨ ਨੱਪੀ ਹੋਈ ਸੀਗੀ, ਇੱਥੋਂ ਤੱਕ ਕਿ ਫਰਜ਼ੀ ਰਜਿਸਟਰੀਆਂ ਕੀਤੀਆਂ ਹੋਈਆਂ ਸਨ। ਉਹ ਕਹਿੰਦੇ ਕਿ ਇਹਨਾਂ ਨੂੰ ਅਸੀਂ ਕੱਖ ਨਹੀਂ ਦੇਣਾ, ਕੱਖ ਦੇਣਾ ਨਹੀਂ ਹੈ ਤੇ ਉਲਟਾ ਇਹਨਾਂ ਤੇ ਪਰਚੇ ਕਰਨੇ ਆ ਕਿਉਂਕਿ ਪਾਰਟੀ ਬਣ ਕੇ ਸਾਡੇ ਖਿਲਾਫ ਸਟੇ ਲੈਣ ਜਾਂਦੇ ਰਹੇ ਨੇ ਜੀ। ਤਾਂ ਜਨਵਰੀ 'ਚ ਹੁਣ ਸੁਣਵਾਈ ਕਹਿੰਦੇ ਕਿ ਇਹਨਾਂ ਦੇ ਨਾਲ ਤੇ ਹੁਣ 2-2 ਹੱਥ ਹੋਣਗੇ। ਤਾਂ ਖੈਰ ਇਹ ਐਲਾਨ ਵੱਡਾ ਹੋਇਆ, ਸਰਕਾਰ ਦਬਾਅ ਦੇ ਵਿੱਚ ਆਈ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ, ਕਿਉਂਕਿ ਤੁਹਾਨੂੰ ਪਤਾ ਹੀ ਹੈ ਬੀਤੇ ਦਿਨਾਂ ਦੇ ਵਿੱਚ ਇੱਕ ਹਮਦਰਦੀ ਜਿਹੜੀ ਜੁੜੀ ਲਹਿਰ ਬਣੀ ਤਾਂ ਇਹਨਾਂ ਨੂੰ ਦਬਾਅ ਦੇ ਵਿੱਚ ਆ ਕੇ ਇਹ ਸਾਰਾ ਕੁਝ ਐਲਾਨੀਆ ਕਰਨਾ ਪਿਆ। ਹੁਣ ਇਹ ਆ ਕਿ ਐਲਾਨ ਤੋਂ ਬਾਅਦ ਇੱਕ ਸ਼ਬਦ ਹੁੰਦਾ ਅਮਲ। ਦੋਨਾਂ ਦੇ ਅੱਗੇ ਐੜਾ ਲੱਗਦਾ ਹੈ ਪਰ ਦੋਨਾਂ ਦਾ ਫਰਕ ਬੜਾ ਹੋ ਜਾਂਦਾ ਹੈ। ਐਲਾਨ ਤੇ ਅਮਲ ਦੇ ਵਿੱਚ ਕਈ ਵਾਰ ਜ਼ਮੀਨ ਅਸਮਾਨ ਦਾ ਹੀ ਫਰਕ ਰਹਿ ਜਾਂਦਾ ਹੈ। ਕਿਤੇ ਐਲਾਨ ਜਿਹੜਾ ਤੁਹਾਡਾ ਉਹ ਐਲਾਨ ਹੀ ਨਾ ਰਹਿ ਜਾਵੇ। ਤੇ ਜੇ ਦੂਜੀ ਗੱਲ ਕਿ ਦੇਖੋ ਜੇ ਅਜਿਹਾ ਕਰਨਾ ਸੀਗਾ ਤਾਂ ਤੁਸੀਂ ਸੈਟਲਮੈਂਟ ਇਹਨਾਂ ਨਾਲ ਪਹਿਲਾਂ ਵੀ ਕਰ ਸਕਦੇ ਸੀ। ਹਾਲਾਂਕਿ ਇਸ ਸਰਕਾਰ ਦੇ ਕੋਲ ਤਾਂ ਸਮਾਂ ਇਹਨਾਂ ਨਹੀਂ ਸੀਗਾ, ਪਰ ਉਹਨਾਂ ਪਰਿਵਾਰਾਂ ਨੂੰ ਰਾਜ਼ੀ ਕੀਤਾ ਜਾ ਸਕਦਾ ਸੀਗਾ ਤਾਂ ਉਹਨਾਂ ਦੀ ਸੈਟਲਮੈਂਟ ਪਹਿਲਾਂ ਹੁੰਦੀ, ਉੱਥੋਂ ਸ਼ਿਫਟ ਕਰਦੇ ਆਪਣਾ, ਚਲੋ ਘਰ ਹੋਵੇ ਕਿਸੇ ਕੋਲ, ਥੋੜਾ ਛੋਟਾ ਹੋਵੇ ਥੋੜਾ ਵੱਡਾ ਹੋਵੇ ਕੋਈ ਫਰਕ ਨਹੀਂ, ਪਰ ਇੱਕ ਛੱਤ ਨਾ ਹੋਣੀ ਔਰ ਖੁੱਲੇ ਅਸਮਾਨ ਹੇਠ ਤੇ ਉਹ ਉੱਥੇ ਬੱਚੇ ਬਜ਼ੁਰਗ ਬੀਬੀਆਂ ਸਾਰੇ ਰੁਲਦੇ ਫਿਰਦੇ ਹੋਣ, ਇਹ ਗੱਲ ਠੀਕ ਨਹੀਂ ਹੈ। ਅੱਜ ਤੁਹਾਨੂੰ ਇਸ ਭੁੱਲ ਦਾ ਅਹਿਸਾਸ ਹੋਇਆ, ਟਾਉਣ ਤੋਂ ਪਹਿਲਾਂ ਸ਼ਾਇਦ ਹੋ ਜਾਂਦਾ ਕਿ ਅਸੀਂ ਇਹਨਾਂ ਗਰੀਬਾਂ ਦਾ ਕੋਈ ਹੱਲ ਕੱਢ ਦਈਏ ਤਾਂ ਬਿਹਤਰ ਹੁੰਦਾ। ਜੀ ਮਿੰਟੂ ਜੀ, ਤੁਸੀਂ ਕੱਲ ਇੱਕ ਦੱਸਿਆ ਸੀ ਵੀ ਇੱਕ ਹੋਰ ਚਿੱਠੀ ਲਿਖੀ ਆ ਗਵਰਨਰ ਨੂੰ, ਰਾਜਪਾਲ ਨੂੰ ਚਿੱਠੀ ਲਿਖੀ ਸਰਕਾਰ ਨੇ। ਹੁਣ ਰਾਜਪਾਲ ਨੇ ਚਿੱਠੀ ਦਾ ਜਵਾਬ ਦੇ ਤਾ, ਉਹ ਜਵਾਬ ਹੁਣ ਦੁਬਾਰਾ ਉਹਦੇ ਵਿੱਚ ਸਰਕਾਰ ਫਸ ਗਈ। ਕੀ ਲਿਖਿਆ ਜੀ ਰਾਜਪਾਲ ਨੇ ਆਪਣੇ ਲੈਟਰ 'ਚ? ਦੇਖੋ ਇਹਨਾਂ ਨੇ ਕੱਲ ਕਿਹਾ ਸੀਗਾ ਮੁੱਖ ਤੌਰ ਤੇ ਭਗਵੰਤ ਮਾਨ ਜੀ ਨੇ ਕਿ ਤੁਸੀਂ ਬਾਈ ਪੈਨਲ ਮੰਗ ਲੈਂਦੇ ਸਾਥੋਂ, ਅਸੀਂ ਤੁਹਾਨੂੰ ਪੈਨਲ ਭੇਜਦੇ, ਤੁਸੀਂ ਕਾਇਦੇ ਦੇ ਮੁਤਾਬਕ ਸਾਡੇ ਐਸਐਸਪੀ ਨੂੰ ਰਿਲੀਵ ਕਰਦੇ, ਚਲੋ ਗੱਲ ਬਣ ਜਾਂਦੀ। ਤਾਂ ਇਸ ਤਰ੍ਹਾਂ ਦੀ ਸ਼ਬਦਾਵਲੀ ਜਿਹੜੀ ਉਹਨਾਂ ਨੇ ਇਸਤੇਮਾਲ ਕੀਤੀ ਸੀਗੀ। ਤਾਂ ਅੱਜ ਗਵਰਨਰ ਨੇ, ਕਿਉਂਕਿ ਇੱਕ ਆਪਸ ਦੇ ਵਿੱਚ ਇਹਨਾਂ ਦਾ ਇਲੂ ਬੜਾ ਆ ਨਾ,
ਫਿਰ ਇਹ ਖਤੋ ਖਤਾਵਤ ਬੜੀ ਹੁੰਦੀ ਹੈ ਇਹਨਾਂ ਦੀ ਆਪਸ ਦੇ ਵਿੱਚ। ਤੋਂ ਇਹਨਾਂ ਨੇ ਜਵਾਬੀ ਖਤ ਲਿਖ ਦਿੱਤਾ ਬਨਵਾਰੀ ਲਾਲ ਪੁਰੋਹਿਤ ਹੋਰਾਂ ਜੀ। ਤਾਂ ਉਹ ਕਹਿੰਦੇ ਕਿ ਦੇਖੋ ਗੱਲ ਕੀ ਹੈ ਕਿ ਗੱਲ ਇਹ ਹੈ ਕਿ ਅਸੀਂ ਪਹਿਲਾਂ ਹੀ ਪੈਨਲ ਭੇਜਣ ਦੀ ਸਲਾਹ ਦਿੱਤੀ ਸੀ ਔਰ ਇੱਥੋਂ ਤੱਕ ਕਿਹਾ ਕਿ ਤੁਹਾਡਾ ਚੀਫ ਸੈਕਟਰੀ ਸਾਨੂੰ ਮਿਲ ਕੇ ਗਿਆ ਹੈ। ਬਹੁਤ ਵੱਡੀ ਗੱਲ ਕਹਿ ਦਿੱਤੀ ਉਹਨਾਂ ਨੇ ਕਿ ਤੁਹਾਡਾ ਚੀਫ ਸੈਕਟਰੀ ਸਾਨੂੰ ਮਿਲ ਕੇ ਗਿਆ ਹੈ, ਸਾਰਾ ਕੁਝ ਅਸੀਂ ਉਹਨਾਂ ਨੂੰ ਦੱਸਿਆ। ਨਾਲ ਉਹਨਾਂ ਨੇ ਕਿਹਾ ਕਿ ਤੁਹਾਡਾ SSP ਜਿਹੜਾ ਹੈ ਮਿਸਕੰਡਕਟ ਕਰਕੇ ਅਸੀਂ ਰਿਲੀਵ ਕੀਤਾ ਹੈ। ਤੋ ਇਹ ਤਾਂ ਹੈ ਕਿਉਂਕਿ ਦੇਖੋ ਵਿਜੇ ਜੀ ਅਸੀਂ ਵੀ ਪਤਾ ਕਰਨ ਦਾ ਯਤਨ ਕੀਤਾ, ਸਵੇਰ ਤੋਂ ਲੱਗੇ ਸੀਗੇ ਤਾਂ ਫਿਰ ਦੋ ਚੀਜ਼ਾਂ ਤੇ ਜਾ ਕੇ ਗਰਾਰੀ ਅੜ ਗਈ। ਹਾਲਾਂਕਿ ਪੁਲਿਸ ਅਧਿਕਾਰੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਸੀਗੇ ਜੀ, ਪਰ ਦੋ ਖਬਰਾਂ ਤੇ ਗਰਾਰੀ ਅੜਦੀ ਸੀ ਕਿਉਂਕਿ ਕੁਲਦੀਪ ਚਾਹਲ ਸਾਡੇ ਜ਼ਿਲ੍ਹੇ ਦੇ ਵਿੱਚ ਵੀ ਰਹਿ ਕੇ ਗਏ ਨੇ, ਉਦੋਂ ਕਾਫੀ ਯੰਗ ਹੁੰਦੇ ਸਨ, ਹੁਣ ਤਾਂ ਥੋੜੇ ਮੈਚੁਰ ਹੋ ਗਏ। ਤਾਂ ਇਹਨਾਂ ਦਾ ਸੁਭਾਅ ਜਿਹੜਾ ਹੈ ਨਾ ਉਹ ਅਸੀਂ ਜਾਣਦੇ ਹਾਂ ਕਿਉਂਕਿ ਉਦੋਂ ਕਵਰ ਕਰਦੇ ਹੁੰਦੇ ਸੀ, ਇਹ ਸੰਗਤ ਦਰਸ਼ਨ ਸਾਰਾ ਇਹੀ ਦੇਖਦੇ ਹੁੰਦੇ ਸੀ CM ਦਾ ਪ੍ਰੋਗਰਾਮ। ਤਾਂ ਇਹਨਾਂ ਦੇ ਵਿੱਚ ਕਹਿ ਲੋ ਕਿ ਜਿਹੜੀ ਉਹ ਹੁੰਦੀ ਹੈ ਨਾ ਪੇਂਡੂ ਜਾਟਾਂ ਵਾਲੀ ਗੱਠ ਜੀ ਕਿ ਮਤਲਬ ਕਿ ਰੋਹਬਦਾਰੀ ਕਿ ਕਿਸੇ ਦਾ ਮਤਲਬ ਕਿ ਉਹ ਨਹੀਂ ਰੋਹਬ ਰਾਬ ਨਹੀਂ ਚੱਲਦੇ ਬਹੁਤਾ। ਉੱਥੇ ਕੀ ਹੈ ਕਿ ਇਹ ਚਰਚਾ ਸੀਗਾ ਕਿ ਪ੍ਰੋਟੋਕਾਲ ਦੇ ਪਾਲਣ ਦੇ ਦੌਰਾਨ ਇਹਨਾਂ ਦੀ ਗਰਮਾ ਗਰਮੀ ਹੋਈ ਹੈ ਭਾਜਪਾ ਦੇ ਕੁਝ ਬੰਦਿਆਂ ਨਾਲ। ਮਤਲਬ ਕਿਉਂਕਿ UT ਆ ਗਈ ਭਾਜਪਾ ਦੇ ਅੰਡਰ ਹੀ ਸਾਰਾ ਕੁਝ, ਕਿਉਂਕਿ ਕੇਂਦਰ ਸਰਕਾਰ ਉਹਨਾਂ ਦੀ ਹੈ ਜੀ, ਰਾਜਪਾਲ ਵੀ ਉਹਨਾਂ ਦੇ ਪੁਰਾਣੇ ਸਿਆਸਤਦਾਨ ਰਹੇ ਨੇ। ਤਾਂ ਉੱਥੇ ਆਵਾਜਾਈ ਰਹੀ ਹੈ ਕੁਝ ਵੱਡੇ ਲੋਕਾਂ ਦੀ, ਕੁਝ ਖਾਸ ਮਹਿਮਾਨ ਆਉਂਦੇ ਰਹੇ ਨੇ ਚੰਡੀਗੜ੍ਹ ਦੇ ਵਿੱਚ। ਦੱਸਦੇ ਕਿ ਪ੍ਰੋਟੋਕਾਲ ਦੇ ਪਾਲਣ ਦੇ ਦੌਰਾਨ ਹੀ ਇਹਨਾਂ ਦੀ ਗਰਾਰੀ ਫਸੀ। ਔਰ ਇਸ ਤੋਂ ਇਲਾਵਾ ਇੱਕ ਹੋਰ ਮੁੱਦਾ ਸੀਗਾ ਕਿਉਂਕਿ ਆਪਦੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਵੀ ਖਾਸਾ ਖੜਦੇ ਆ, ਕਹਿੰਦੇ ਕਿ ਕੁਝ ਹੋਮ ਗਾਰਡ ਸੀਗੇ ਉਹਨਾਂ ਦੀ ਜੌਬ ਹੋਲਡ ਔਨ ਕੀਤੀ ਗਈ ਸੀਗੀ, ਤਾਂ ਉਹਦੇ ਤੇ ਵੀ ਸਟੈਂਡ ਸੀ। ਤਾਂ ਦੋ ਗੱਲਾਂ ਨਿਕਲ ਕੇ ਆ ਰਹੀਆਂ ਸਨ। ਤਾਂ ਇਸ ਖਤ ਦਾ ਜਿਹੜਾ ਮਜ਼ਮੂਨ ਆ ਜੀ, ਚਿੱਠੀ ਜਿਹੜੀ ਲਿਖੀ ਗਈ ਹੈ, ਤਾਂ ਉਹ ਚਿੱਠੀ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਇਸ਼ਾਰਾ ਕਰ ਦਿੱਤਾ। ਹਾਲਾਂਕਿ ਘਟਨਾ ਦਾ ਜ਼ਿਕਰ ਨਹੀਂ ਹੈ, ਤੁਹਾਨੂੰ ਵੀ ਪਤਾ ਗਵਰਨਰ ਦੀ ਚਿੱਠੀ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਉਹ ਜਿਹੜੀਆਂ ਨੇ ਉਹ ਜ਼ਿਕਰ ਉਹਨਾਂ ਦਾ ਨਹੀਂ ਕੀਤਾ ਜਾਂਦਾ, ਪਰ ਉਹਨਾਂ ਨੇ ਸੰਕੇਤਕ ਤੌਰ ਤੇ ਦੱਸ ਦਿੱਤਾ ਕਿ ਮਾਮਲਾ ਕਿੱਥੋਂ ਵਿਗੜਿਆ। ਪਰ ਉਹਨਾਂ ਨੇ ਵੱਡੀ ਗੱਲ ਇਹ ਕਹੀ ਕਿ ਤੁਹਾਡੇ ਚੀਫ ਸੈਕਟਰੀ ਨੂੰ ਅਸੀਂ ਕਹਿ ਦਿੱਤਾ ਸੀਗਾ ਕਿ ਸਾਨੂੰ ਪੈਨਲ ਘੱਲਿਆ ਜਾਵੇ। ਇਹ ਹੁਣ ਇੱਕ ਬਹੁਤ ਵੱਡਾ ਨੁਕਤਾ ਬਹਿਸ ਦਾ ਹੈ, ਕਾਬਲੇ ਬਹਿਸ ਆ ਕਿ ਕੀ ਚੀਫ ਸੈਕਟਰੀ ਤੇ CM ਦਾ ਕੋਈ ਤਾਲਮੇਲ ਨਹੀਂ ਹੈ ਆਪਸ ਦੇ ਵਿੱਚ। ਜੇ ਉਹਨਾਂ ਨੇ ਪਹਿਲੇ ਕਿਹਾ ਸੀਗਾ ਤਾਂ ਫਿਰ ਪੈਨਲ ਕਿਉਂ ਨਹੀਂ ਭੇਜਿਆ ਗਿਆ? ਬੜੇ ਵੱਡੇ ਸਵਾਲ ਖੜੇ ਹੋ ਗਏ ਨੇ, ਬਹੁਤ ਵੱਡੇ ਸਵਾਲ ਖੜੇ ਹੋ ਗਏ ਨੇ। ਔਰ ਉਹਨਾਂ ਨੇ ਤੰਜ਼ ਵੀ ਮਾਰਿਆ, ਤੁਹਾਨੂੰ ਪਤਾ ਤੰਜ਼ ਦੱਸ ਦਿੰਦੇ ਨੇ ਪੁਰਾਣੇ ਸਿਆਸਤਦਾਨ ਆ, ਉਹ ਕਹਿੰਦੇ ਕਿ ਤੁਹਾਡੇ ਨਾਲ ਵੀ ਗੱਲਬਾਤ ਕਰ ਲੈਂਦੇ ਪਰ ਹਜ਼ੂਰ ਉਦੋਂ ਤੁਸੀਂ ਗੁਜਰਾਤ 'ਚ ਬਿਜ਼ੀ ਚੱਲ ਰਹੇ ਸੀਗੇ, ਤਾਂ ਉਹਨਾਂ ਨੇ ਟਕੋਰ ਵੀ ਕਰ ਦਿੱਤੀ ਹੈ ਜੀ। ਮਿੰਟੂ ਜੀ, ਉਧਰ ਦਿੱਲੀ ਪੁਲਿਸ ਨੂੰ ਵੀ ਗੈਂਗਸਟਰਸ ਨੇ ਧਮਕੀ ਦੇ ਦਿੱਤੀ ਹੈ, 12 ਅਫਸਰਾਂ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ। ਕੀ ਵੇਰਵਾ ਜੀ ਇਸ ਗੱਲ ਦਾ? ਮੈਨੂੰ ਲੱਗਦਾ ਕਿ ਪੁਲਿਸ ਵਾਲੇ ਬਚਾਉਣ ਵਾਸਤੇ ਸਾਨੂੰ ਹੁਣ FBI ਸੱਦਣੀ ਪੈਣੀ ਹੈ ਔਰ ਥਾਣਿਆਂ ਨੂੰ ਪ੍ਰੋਟੈਕਟ ਕਰਨ ਵਾਸਤੇ ਇੱਥੇ ਆਰਮੀ ਲਾਣੀ ਪੈਣੀ ਆ। ਅਸਲਾ ਖਾਨਾ ਜਿਹੜਾ ਅਸਲਾ ਚੱਕ ਕੇ ਵੇਚ ਦਿੰਦੇ ਆ, ਉੱਥੇ ਮੈਨੂੰ ਲੱਗਦਾ ਕਿ ਕੋਈ ਚੰਗੇ ਟੈਂਕ ਟੁੰਕ ਲਿਆ ਕੇ ਮੂਹਰੇ ਦਫ਼ਤਰਾਂ ਦੇ ਦਰਵਾਜ਼ਿਆਂ ਦੇ ਰੱਖਣੇ ਪੈਣੇ ਆ ਕਿ ਡਰ ਬਣਿਆ ਰਹੇ। ਸੋ ਇਹ ਕਹਾਣੀ ਕਿੱਧਰ ਨੂੰ ਤੁਰੀ ਜਾਂਦੀ ਹੈ ਕੋਈ ਸਮਝ ਨਹੀਂ ਆ ਰਹੀ। ਕਿਉਂਕਿ ਦੇਖੋ ਦਿੱਲੀ ਦਾ ਜਿਹੜਾ ਸਪੈਸ਼ਲ ਸੈੱਲ ਹੈ ਵੈਸੇ ਉਹਨਾਂ ਨੇ ਕੰਮ ਬਹੁਤ ਕੀਤਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ, ਪਰ ਇੰਨਾ ਜ਼ਿਆਦਾ ਡਰ ਹੈ ਕਿ ਵੇਖ ਲਓ ਕਿ ਦਰਜਨ ਭਰ ਅਫਸਰਾਂ ਦੇ ਉਹਨਾਂ ਨੇ ਵੇਖਿਆ ਕਿ ਜਦੋਂ ਬਈ ਇਹਨਾਂ ਦੇ ਪਿੱਛੇ ਬੰਦੇ ਲੱਗੇ ਉਹ ਇੰਨੇ ਜਾਂ ਖਤਰਾ ਕੋਈ ਹੋ ਸਕਦਾ, ਤਾਂ ਵਾਈ ਕੈਟਾਗਰੀ ਦੀ ਸੁਰੱਖਿਆ ਬਹੁਤ ਵੱਡੀ ਸੁਰੱਖਿਆ ਛਤਰੀ ਹੁੰਦੀ ਹੈ ਵਿਜੇ ਜੀ ਇੰਡੀਆ 'ਚ। Z ਆ ਗਿਆ, Z+ ਆ ਗਿਆ, ਮਤਲਬ ਕਿ ਕੋਈ ਛੋਟੀ ਮੋਟੀ ਸੁਰੱਖਿਆ ਛਤਰੀ ਨਹੀਂ ਹੈ, ਬਹੁਤ ਵੱਡੀ ਸੁਰੱਖਿਆ ਛਤਰੀ ਹੈ। ਤਾਂ ਇਹਦਾ ਅਸਲ ਦੇ ਵਿੱਚ ਹੁਣ ਕਿਤੇ ਨਾ ਕਿਤੇ ਮਕਸਦ ਤਾਂ ਇਹੋ ਹੀ ਹੈ ਪ੍ਰੋਟੈਕਟ ਕਰਨ ਦਾ, ਆਪਣੇ ਅਫਸਰਾਂ ਨੂੰ ਸੁਰੱਖਿਆ ਦੇਣ ਦਾ, ਕਿ ਖਤਰਾ ਕਿਤੇ ਨਾ ਕਿਤੇ ਹੈ। ਉਹ ਏਦਾਂ ਨਹੀਂ ਹੈ ਕਿ ਵਾਈ ਕੈਟਾਗਰੀ ਦੀ ਸੁਰੱਖਿਆ ਉਹਨਾਂ ਨੇ ਕੋਈ ਸੁਪਨਾ ਆ ਗਿਆ, ਕੋਈ ਆਕਾਸ਼ਬਾਣੀ ਹੋ ਗਈ, ਕੁਛ ਏਦਾਂ ਦਾ ਨਹੀਂ ਹੈ, ਕਿਉਂਕਿ ਉਹਨਾਂ ਨੂੰ ਠੋਸ ਜਾਣਕਾਰੀ ਮਿਲ ਜਾਂਦੀ ਆ। IB ਹੈ ਉਹਨਾਂ ਦੇ ਕੋਲ, ਰॉ ਆ, ਬਥੇਰਾ ਕੁਛ ਆ, ਜਾਂ ਤਾਂ ਉਹਨਾਂ ਨੂੰ ਇਨਪੁੱਟ ਆ, ਜਾਂ ਵੈਸੇ ਵੀ ਜੇ ਤੁਸੀਂ ਦੇਖੋਗੇ ਇੱਕ ਦੋ ਬਾਹਰ ਬੈਠੇ ਗੈਂਗਸਟਰਾਂ ਨੇ ਸਿੱਧੀ ਧਮਕੀ ਦਿੱਤੀ ਸੀ ਇਹਨਾਂ ਨੂੰ ਕਿ ਤੁਹਾਡਾ ਸਾਰਿਆਂ ਦਾ ਸਾਡੇ ਕੋਲ ਹੈਗਾ, ਤੁਹਾਡੀ ਪੱਤਰੀ ਸਾਰਿਆਂ ਦੀ ਹੈਗੀ ਆ, ਤੁਸੀਂ ਪੰਜਾਬ 'ਚ ਦਖਲ ਨਾ ਦਿਓ, ਸਿੱਧੀ ਧਮਕੀ ਸੀਗੀ।
ਕਿ ਪੰਜਾਬ ਦੇ ਵਿੱਚ ਦਖਲ ਨਾ ਦਿਓ, ਨਹੀਂ ਤੇ ਫਿਰ ਆਪਣੇ ਨਤੀਜੇ ਤੁਸੀਂ ਆਪ ਭੁਗਤੋਗੇ। ਪਰ ਇੱਕ ਬਹੁਤ ਵੱਡੀ ਗੱਲ ਆ ਕਿ ਜਿੱਥੇ ਪੰਜਾਬ ਦੇ ਵਿੱਚ ਥਾਣਿਆਂ ਨੂੰ ਚੈਲੰਜ ਆ, ਪੁਲਿਸ ਨੂੰ ਚੈਲੰਜ ਆ, ਉੱਥੇ ਦਿੱਲੀ ਦੇ ਸਪੈਸ਼ਲ ਸੈੱਲ ਨੂੰ ਵੀ ਚੈਲੰਜ ਹੋ ਗਿਆ। ਬਿਲਕੁਲ, ਇਸੇ ਕਰਕੇ ਹੀ ਸੁਰੱਖਿਆ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ। ਚਲੋ ਸੁਰੱਖਿਆ ਦੇਣੀ ਕੋਈ ਮਾੜੀ ਗੱਲ ਨਹੀਂ ਹੈ, ਪਰ ਤੁਸੀਂ ਇਹ ਦੇਖੋ ਕਿ ਇੱਕ ਆਮ ਬੰਦਾ ਕਿੰਨਾ ਡਰ ਰਿਹਾ ਹੋਏਗਾ ਜਦੋਂ ਇਹ ਸਾਨੂੰ ਮਿਲ ਜੇ ਕਿ ਇੱਕ ਪੁਲਿਸ ਅਫਸਰ ਨੂੰ ਜਿਹੜਾ ਗੈਂਗਸਟਰਾਂ ਦੇ ਖਿਲਾਫ ਕੰਮ ਕਰ ਰਿਹਾ ਉਹਨੂੰ ਵਾਈ ਕੈਟਾਗਰੀ ਦੀ ਸੁਰੱਖਿਆ ਦੇਣੀ ਪੈਂਦੀ ਆ। ਤਾਂ ਇਹਦਾ ਇੱਕ ਮੈਸੇਜ ਜਿਹੜਾ ਹੈ ਨਾ, ਜਿਹੜਾ ਪ੍ਰਭਾਵ ਹੈ ਜਿਹੜਾ, ਉਹ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਖੁਸ਼ਗਵਾਰ ਹੈ, ਬਿਲਕੁਲ 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 ਸਹੀ ਗੱਲ, ਆਪਾਂ ਕਹਿ ਸਕਦੇ ਕਿ ਨਕਾਰਾਤਮਕ ਹੈ। ਸਹੀ ਗੱਲ ਮਿੰਟੂ ਜੀ। ਅੱਛਾ ਇਹ ਦੱਸਿਓ, SGPC ਦੇ ਜਿਹੜੇ ਵਿਦਿਅਕ ਅਦਾਰੇ ਨੇ ਉਹ ਵਿੱਤੀ ਸੰਕਟ ਦੇ ਵਿੱਚ ਆ ਗਏ, SGPC ਦੇ ਵਿਦਿਅਕ ਅਦਾਰਿਆਂ ਨੂੰ ਕਿੱਥੋਂ ਪੈਸੇ ਦੀ ਘਾਟ ਹੋ ਗਈ ਜੀ? ਇਹ ਤੇ ਇੱਕ ਬੜਾ ਵੱਡਾ ਭੁਲੇਖਾ, ਗਫਲਤ ਹੈ ਨਾ। ਆਮ ਤੌਰ ਤੇ ਆਪਾਂ ਕਹਿੰਦੇ ਨੇ ਕਿ SGPC ਦਾ ਬਜਟ ਬੜਾ ਹੈ, ਬਹੁਤ ਬਜਟ ਆ, ਪਰ ਗੱਲ ਇਹ ਆ ਕਿ ਬਈ ਦੂਰ ਦੇ ਢੋਲ ਕਹਿੰਦੇ ਨੇ ਸੁਹਾਣੇ ਲੱਗਦੇ ਆ। ਤੇ ਇਹਨਾਂ ਦੇ ਜਿਹੜੇ ਆਪਣੇ ਤਰਕ ਨੇ ਉਹ ਆਪਣੀ ਰਾਏ ਤੋਂ ਜਾਂ ਆਪਣੀ ਪਰਸੈਪਸ਼ਨ ਤੋਂ ਬਿਲਕੁਲ ਉਲਟੇ ਆ। ਤਾਂ ਖੈਰ ਬਜਟ ਤਾਂ ਇਹਨਾਂ ਦਾ ਜਿਹੜਾ ਉਹ ਤੁਹਾਨੂੰ ਪਤਾ ਕੋਵਿਡ ਕਰਕੇ ਘਟ ਗਿਆ ਸੀਗਾ ਜੀ, ਘਟ ਗਿਆ ਸੀਗਾ, ਨਹੀਂ ਤਾਂ ਹਰੇਕ ਸਾਲ ਬਜਟ ਜਿਹੜਾ ਵਧੇ ਤੇ ਫੇਰ ਹੀ ਕੰਮ ਚੱਲਦਾ ਹੈ ਨਾ, ਚਾਹੇ ਸਰਕਾਰ ਆ ਚਾਹੇ ਘਰ ਆ ਆਪਣਾ ਜੀ। ਇੱਕ ਤਨਖਾਹ ਤੇ 10 ਸਾਲ ਬਾਅਦ ਆਪਾਂ ਸਰਵਾਈਵ ਨਹੀਂ ਕਰ ਸਕਾਂਗੇ, ਇਨਫਲੇਸ਼ਨ ਇੰਨੀ ਹੋ ਜਾਏਗੀ। ਤਾਂ ਗੱਲ ਇਹ ਆ ਕਿ ਇਹਨਾਂ ਦੇ ਜਿਹੜੇ ਵਿਦਿਅਕ ਸੰਸਥਾਨ ਨੇ, ਇਹਨਾਂ ਦੇ ਕੋਲ ਇੱਕ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਹੈ, 38 ਕਾਲਜ ਹੈ, 11 ਕਾਲਜ ਐਡਿਡ ਹਨ ਜੀ। ਐਡਿਡ ਮਤਲਬ ਕਿ ਉਹਨਾਂ ਨੂੰ ਸਹਾਇਤਾ ਮਿਲਦੀ ਹੈ। ਤਾਂ ਇਹ ਜਿਹੜੇ DPI ਦੇ ਅਧੀਨ ਚੱਲ ਰਹੇ, ਇਹਨਾਂ ਤੋਂ ਇਲਾਵਾ 4 ਐਜੂਕੇਸ਼ਨ ਟਰਸਟ ਦੇ 52 ਸਕੂਲ ਹੈ। ਕੁੱਲ ਮਿਲਾ ਕੇ ਵਿਦਿਅਕ ਅਦਾਰਿਆਂ ਦੀ ਤਾਦਾਦ ਬਹੁਤ ਵੱਡੀ ਹੈ ਵਿਜੇ ਜੀ। ਮੈਂ ਫਿਰ ਰਿਪੀਟ ਕਰ ਦਿੰਦਾ, ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਹੋ ਗਈ, ਇੱਕ ਯੂਨੀਵਰਸਿਟੀ, 38 ਕਾਲਜ, 11 ਕਾਲਜ ਐਡਿਡ ਹੋ ਗਏ, ਫਿਰ ਇਸ ਤੋਂ ਇਲਾਵਾ 4 ਐਜੂਕੇਸ਼ਨ ਟਰਸਟ ਤੇ 52 ਸਕੂਲ। ਬਹੁਤ ਵੱਡਾ ਤਨਖਾਹ ਦਾ ਬਜਟ ਹੈ ਇਹਨਾਂ ਵਾਸਤੇ ਜੀ, ਇਹ ਤਾਂ ਦੇਖਣਾ ਹੀ ਪਏਗਾ ਨਾ ਆਪਾਂ ਨੂੰ। ਸੋ ਗੱਲ ਇਹ ਹੈ ਕਿ ਇਹਨਾਂ ਨੇ ਜਿਹੜਾ ਹੁਣ ਅੰਕੜਾ ਜਿਹੜਾ ਦੱਸਿਆ ਵਾ, ਉਹ ਕਹਿੰਦੇ ਆ ਕਿ SGPC ਦੇ ਪ੍ਰਬੰਧਾਂ ਦੇ ਹੇਠ ਜੋ ਆਮਦਨ ਹੁੰਦੀ ਹੈ, ਨਿਰੋਲ ਆਮਦਨ ਆ, ਉਹ 700 ਕਰੋੜ ਦੀ ਆਮਦਨ ਹੈ, ਜਿਸ ਚੋਂ ਕਰੀਬ 220 ਕਰੋੜ ਕਮੇਟੀ ਦੇ ਮੁਲਾਜ਼ਮਾਂ ਤੇ ਕਰੀਬ 200 ਕਰੋੜ ਲੰਗਰ ਇਤਿਆਦਿਕ ਦੇ ਪ੍ਰਬੰਧਾਂ ਤੇ ਖਰਚਿਆ ਜਾਂਦਾ। ਇਸ ਤੋਂ ਇਲਾਵਾ ਬਚਣ ਵਾਲੀ ਰਾਸ਼ੀ ਚੋਂ 20 ਤੋਂ 25% ਫੰਡ ਕਮੇਟੀ ਅਧੀਨ ਚੱਲਦੇ ਵਿਦਿਅਕ ਅਦਾਰਿਆਂ ਲਈ ਰੱਖਿਆ ਜਾਂਦਾ ਹੈ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕੋਵਿਡ ਦੌਰਾਨ ਕਮੇਟੀ ਦੀ ਆਮਦਨ ਘਟ ਕੇ 494 ਕਰੋੜ ਰਹਿ ਗਈ ਹੈ, ਯਾਨੀ 700 ਕਰੋੜ ਦੀ ਆਮਦਨ ਘਟ ਕੇ ਤਕਰੀਬਨ 500 ਕਰੋੜ ਰਹਿ ਗਈ ਹੈ। ਇਸ ਦਾ ਸਭ ਤੋਂ ਵੱਧ ਅਸਰ ਵਿਦਿਅਕ ਅਦਾਰਿਆਂ ਨੂੰ ਝੱਲਣਾ ਪੈ ਰਿਹਾ ਹੈ, ਕਿਉਂਕਿ ਕੁਝ ਮੀਡੀਆ ਰਿਪੋਰਟਾਂ ਛਪੀਆਂ ਨੇ, ਜਿਹੜੀ ਜਾਣਕਾਰੀ ਆਪਾਂ ਇਕੱਤਰ ਕੀਤੀ ਹੈ ਉਹਦੇ ਰਾਹੀਂ ਪਤਾ ਲੱਗ ਰਿਹਾ ਕਿ 50 ਤੋਂ 65 ਕਰੋੜ ਦਾ ਘਾਟਾ ਇਹਨਾਂ ਵਿਦਿਅਕ ਅਦਾਰਿਆਂ ਨੂੰ ਝੱਲਣਾ ਪੈ ਰਿਹਾ ਹੈ। ਮਤਲਬ ਕਿ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਸਕੂਲ ਜਾਂ ਕਾਲਜ ਆ, ਤਾਂ ਇਹਨਾਂ ਦੀ ਜਿਹੜੀ ਰਾਸ਼ੀ ਬਣਦੀ ਹੈ ਤਨਖਾਹਾਂ ਦੀ, ਉਹ 190 ਕਰੋੜ ਆ, ਜਿਹਨੂੰ ਕਿ ਕੱਢਣਾ ਔਖਾ ਹੋ ਰਿਹਾ ਵਾ ਜੀ। तो एक कुल मिला के इस वेले सारा दृष्टांत है साडे सामने कि पैसे का जिहड़ा हिसाब है वो किस तरह जाता है जी। तो ये सूरत हाल है, इस करके हुण ये अपील भी कर रहे ने अपने पद्धर ते कि बई चढ़ावा चढ़ाया जाए, क्योंकि हुण देखो चढ़न वाली भेटा दे नाल ही सारा कुछ चलना है ना, संगत ने चलाउणा है इत्थे। पर एक तुसी एक चीज़ होर भी, चलो कोविड एक अपने आप दे विच प्रभाव है, पर एक तुसी होर भी नैरेटिव कह लो, बिरतांत कह लो या धारणा कह लो, या लोकां दे विच एक चीज़ जिहड़ी गई है वो ये आ कि कई बार प्रबंधां दे विच जो कमियां पेशियां रहिंदियां ने, खास तौर ते पिछले 5-10 सालां दे दौरान उन्हां चीज़ां दा प्रभाव भी पिया है। कई बार तो आप देखिए ना कि निक्की जी गल ते आके थोड़े कमेंट स्टार्ट हो जाते कि चढ़ावा बंद करो। मैं कहना ना अक्सर कि नहीं यार ये गल नहीं है, तुसीं ये कहो कि चढ़ावा जिहड़ा वो सही ढंग नाल लगना चाहिए, साडा दसवंध लगना चाहिए, दसवंध जाना जरूर चाहिए। जे दसवंध नहीं जाएगा लोड़वंद किद्दां पढ़नगे? हालांकि लोड़वंद पढ़ भी रहे ने, पढ़ा भी रहे ने, ये बहुत सारे लोड़वंद प्रशादा किद्दां छकणगे, वो सारियां चीज़ां हैगियां ने। पर कुल मिला के आपां कह सकदे हां कि ये चीज़ दा भी किते ना किते असर है इन्हां चीज़ां दे विच जी। मिंटू जी, उधर अकाली दल सुप्रीम कोर्ट पहुंचे अपने बचाव लई, किहड़े मामले दे विच सुप्रीम कोर्ट दा रुख करना पै गया अकाली दल नूं? अकाली दल बादल दे खिलाफ एक कानूनी या कह लो कि संवैधानिक संकट भी है। एक तो है ना वोटां वाला संकट ऐसा है कि भाई वो संकट हल नहीं हो रहा, और दूसरे पासे संकट एक होर भी आ गया, कहते हैं कि बादलों की बसां जिहड़ियां वो चंडीगढ़ दे विच नहीं वड़ने दियां सी। उधरों वोटां दा संकट, नोटां दा भी संकट कि नोट भी घटणगे कमाई वाले। तां इधर संविधानक ते कानूनी संकट, दोहरा संविधान वाला मामला
ਅੱਗੇ ਵੀ ਇੱਕ ਦਿਨ ਸ਼ਾਇਦ ਆਪਾਂ ਗੱਲ ਕੀਤੀ ਸੀ ਇੱਕ ਪ੍ਰੋਗਰਾਮ ਦੇ ਵਿੱਚ। ਤੋਂ ਇਹ ਮਾਮਲਾ ਜਿਹੜਾ ਬਲਵੰਤ ਸਿੰਘ ਖੇੜਾ ਹੋਰਾਂ ਨੇ ਦਰਜ ਕਰਵਾਇਆ ਹੈ ਤੇ ਇਹਨਾਂ ਦੀ ਉਮਰ 92 ਸਾਲ ਹੈ। ਦੇਖੋ, ਇੱਕ 92 ਸਾਲ ਦਾ ਬਜ਼ੁਰਗ ਇੱਕ ਸਿਆਸੀ ਤਨਜ਼ੀਮ ਜਿਹੜੀ ਕਿ ਪੰਜਾਬ ਦੀ ਸਭ ਤੋਂ ਪੁਰਾਣੀ ਖੇਤਰੀ ਤਨਜ਼ੀਮ ਹੈ ਉਹਦੇ ਖਿਲਾਫ ਲੜ ਰਹੇ ਆ। ਹੁਣ ਮਾਮਲਾ ਕੀ ਸੀਗਾ ਕਿ ਇਹਨਾਂ ਦੇ ਖਿਲਾਫ ਤਕਰੀਬਨ ਲਾ ਲਓ ਕਿ ਪਿਛਲੇ 2 ਸਾਲ ਤੋਂ ਮਾਮਲਾ ਬਹੁਤ ਤੇਜ਼ੀ ਨਾਲ ਵਧਿਆ ਅੱਗੇ, ਇੱਕ ਹੁਸ਼ਿਆਰਪੁਰ ਕੋਰਟ ਦੇ ਵਿੱਚ, ਇੱਕ ਦਿੱਲੀ ਕੋਰਟ ਦੇ ਵਿੱਚ। ਤਾਂ ਇਸ ਮਾਮਲੇ ਦੇ ਵਿੱਚ ਕੀ ਹੈ ਕਿ ਇਹਨਾਂ ਤੇ ਦੋਸ਼ ਨੇ ਜਿਹੜੇ ਕਥਿਤ ਤੌਰ ਤੇ ਉਹ ਇਹੋ ਹੀ ਆ ਕਿ ਬਈ ਤੁਸੀਂ ਦੋਹਰਾ ਸੰਵਿਧਾਨ ਅਪਣਾਇਆ, ਮਤਲਬ ਕਿ ਜਿਹੜਾ ਚੋਣ ਕਮਿਸ਼ਨ ਦੇ ਕੋਲ ਤੁਸੀਂ ਅੰਡਰਟੇਕਿੰਗ ਜਾਂ ਐਫੀਡੇਵਿਟ ਦਿੱਤਾ ਹੈ ਉਹਦੇ ਵਿੱਚ ਤੁਸੀਂ ਕਿਹਾ ਕਿ ਅਸੀਂ ਧਰਮ ਨਿਰਪੱਖ ਪਾਰਟੀ ਹਾਂ, ਤੇ ਜਦ ਕਿ ਜਿਹੜਾ ਗੁਰਦੁਆਰਾ ਚੋਣ ਕਮਿਸ਼ਨ ਹੈ ਉਹਦੇ ਵਿੱਚ ਜੋ ਤੁਸੀਂ ਫਾਈਲ ਕੀਤਾ ਵਾ ਉਹਦੇ 'ਚ ਤੁਸੀਂ ਆਪਣੇ ਆਪ ਨੂੰ ਪੰਥਕ ਪਾਰਟੀ ਦੱਸਿਆ, ਯਾਨੀ ਇੱਕ ਧਾਰਮਿਕ ਪਾਰਟੀ ਦੱਸਿਆ। ਸੋ ਇਹ ਮੂਲ ਤੌਰ ਤੇ ਕਹਿ ਲਓ ਕਿ ਕਾਨੂੰਨੀ ਝਗੜਾ ਹੈ। ਤਾਂ ਜਦੋਂ ਇਹਨਾਂ ਨੂੰ ਸਮਨਿੰਗ ਹੋ ਗਈ, ਇਹਨਾਂ ਨੂੰ ਕੇਸ ਦੇ ਵਿੱਚ ਸ਼ਾਮਲ ਹੋਣਾ ਪਿਆ, ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਹਾਲਾਂਕਿ ਉਹਨਾਂ ਨੂੰ ਵਿਅਕਤੀਗਤ ਛੋਟ ਮਿਲੀ ਸੀਗੀ, ਇਸ ਤੋਂ ਇਲਾਵਾ ਡਾਕਟਰ ਦਲਜੀਤ ਸਿੰਘ ਚੀਮਾ, ਇਹਨਾਂ ਸਾਰਿਆਂ ਨੂੰ ਕਿਤੇ ਨਾ ਕਿਤੇ ਕਹਿ ਲਓ ਕਿ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ। ਤੇ ਹਾਈ ਕੋਰਟ ਗਏ, ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ, ਤਾਂ ਹੁਣ ਇਹ ਸੁਪਰੀਮ ਕੋਰਟ ਚਲੇ ਗਏ ਆ। ਪਰ ਖੇੜਾ ਸਾਹਿਬ ਕਹਿੰਦੇ ਆ ਕਿ ਖੇੜਾ ਤੁਹਾਡਾ ਨਹੀਂ ਛੱਡਣਾ। ਹਾਲਾਂਕਿ ਉਮਰ 'ਚ ਮੈਂ ਥੋੜਾ ਜਿਹਾ ਉਹਨਾਂ ਨੂੰ ਵੱਡਾ ਕਰ ਦਿੱਤਾ, 88 ਕੁ ਸਾਲ ਉਮਰ ਹੈ ਇਹਨਾਂ ਦੀ ਜਿੰਨਾ ਕੁ ਮੈਨੂੰ ਯਾਦ ਆ। ਖੈਰ, ਤਾਂ ਇਹ ਕਹਿੰਦੇ ਆ ਖੇੜਾ ਸਾਹਿਬ ਕਿ ਤੁਹਾਡਾ ਖੜਾ ਮੈਂ ਨਹੀਂ ਛੱਡਾਂਗਾ। ਤਾਂ ਹੁਣ ਜਨਵਰੀ ਦੇ ਵਿੱਚ ਸੁਣਵਾਈ ਆ, ਇਹਨਾਂ ਨੇ ਸਟੇ ਲੈ ਲਿਆ। ਕੋਈ ਸਟੇ ਦਾ ਮਤਲਬ ਕੀ ਹੁੰਦਾ ਕਿ ਹੇਠਲੀ ਅਦਾਲਤ 'ਚ ਜਿਹੜੀ ਕਾਰਵਾਈ ਚੱਲ ਰਹੀ ਆ, ਮਤਲਬ ਕਿ ਜਿੱਥੇ ਟ੍ਰਾਇਲ ਚੱਲ ਰਿਹਾ ਤਾਂ ਉਤਲੀ ਕੋਰਟ ਜਿਹੜੀ ਹੈ ਉਹਨਾਂ ਨੂੰ ਹਦਾਇਤ ਦੇ ਸਕਦੀ ਹੈ ਕਿ ਜਿਹੜੀ ਕੋਰਟ ਹੈ ਇਸ ਦੇ ਵਿੱਚ ਜੋ ਚੱਲ ਰਿਹਾ ਹੈ ਟ੍ਰਾਇਲ ਉਹਨੂੰ ਰੋਕ ਦੇਵੋ ਜੀ। ਜਦਕਿ ਖੇੜਾ ਸਾਹਿਬ ਦਾ ਕਹਿਣਾ ਕਿ ਹੁਣ ਕੰਮ ਕੰਢਿਆਂ ਤੇ ਆਇਆ ਪਿਆ ਸੀਗਾ, ਇਹ ਭੱਜ ਖਲੋਤੇ ਆਪਣੇ ਆਪ ਨੂੰ ਬਚਾਉਣ ਵਾਸਤੇ, ਤੇ ਉਹ ਕਹਿੰਦੇ ਆ ਕਿ ਜਿੱਥੇ ਮਰਜ਼ੀ ਭੱਜੋ, ਮੈਂ ਤੁਹਾਨੂੰ ਛੱਡਦਾ ਨਹੀਂ ਹੈ, ਤੁਹਾਡੇ ਨਾਲ ਫਾਈਟ ਜਾਰੀ ਰਹੇਗੀ ਜੀ। ਮਿੰਟੂ ਜੀ, ਚਾਈਨਾ ਦੇ ਨਾਲ ਜਿਹੜੀ ਇੰਡੀਆ ਦੀ ਇਸ ਵੇਲੇ ਟੱਸਲ ਚੱਲ ਰਹੀ ਹੈ ਉਸ ਦਰਮਿਆਨ ਅਮਰੀਕਾ ਨੇ ਬਿਆਨ ਦਿੱਤਾ ਤੇ ਅਮਰੀਕਾ ਦਾ ਬਿਆਨ ਭਾਰਤ ਦੇ ਹੱਕ ਵਿੱਚ ਹੈ। ਕੀ ਕਿਹਾ ਯੂਐਸ ਨੇ? ਬਿਲਕੁਲ ਜੀ, ਉਹਨਾਂ ਦੇ ਡਿਫੈਂਸ ਮਿਨਿਸਟਰੀ ਨੇ, ਪੈਂਟਾਗਨ ਨੇ ਇੱਕ ਜਿਹੜਾ ਬਿਆਨ ਦਿੱਤਾ ਹੈ ਉਹ ਖਾਸਾ ਕਹਿ ਲਓ ਕਿ ਇੰਡੀਆ ਨੂੰ ਰਾਹ ਦੇਣ ਵਾਲਾ ਹੈ। ਤਾਂ ਵੈਸੇ ਤਾਂ ਤੁਹਾਨੂੰ ਪਤਾ ਜੀਓ ਪੋਲਿਟਿਕਸ ਦੇ ਵਿੱਚ ਇਹ ਰਿਸ਼ਤੇ ਜਿਹੜੇ ਆ ਮਤਲਬ ਦੇ ਹੀ ਹੁੰਦੇ ਆ, ਰਿਸ਼ਤੇ ਬਣਦੇ ਆ, ਰਿਸ਼ਤੇ ਟੁੱਟਦੇ ਆ। ਤਾਂ ਖੈਰ, ਇਹਨਾਂ ਦੇ ਜਿਹੜੇ ਪ੍ਰੈਸ ਸੈਕਟਰੀ ਹੈ ਪੈਡ ਰਾਈਟਰ, ਉਹਨਾਂ ਨੇ ਕਿਹਾ ਕਿ ਚੀਨ ਉਕਸਾਵੇ ਦੀ ਕਾਰਵਾਈ ਕਰਦਾ ਹੈ। ਅਮਰੀਕਾ ਨੇ ਦੇਖਿਆ ਕਿ ਚੀਨ LAC ਦੇ ਕੋਲ ਫੌਜ ਜੁਟਾ ਰਿਹਾ ਸੀਗਾ, ਉਸਨੇ ਮਿਲਟਰੀ ਇਨਫਰਾਸਟ੍ਰਕਚਰ ਵੀ ਤਿਆਰ ਕਰ ਲਿਆ ਹੈ। ਭਾਰਤ ਹਾਲਾਤ ਨੂੰ ਸੰਭਾਲਣ ਦਾ ਯਤਨ ਕਰ ਰਿਹਾ ਹੈ ਤੇ ਅਮਰੀਕਾ ਇਸ ਦਾ ਸਮਰਥਨ ਕਰਦਾ ਹੈ। ਅਸੀਂ ਆਪਣੇ ਮਿੱਤਰ ਦੇਸ਼ਾਂ ਦੀ ਸਿਕਿਉਰਿਟੀ ਤੈਅ ਕਰਾਂਗੇ। ਕੋਈ ਵੀ ਦੇਸ਼ ਤਾਕਤ ਦੇ ਜ਼ੋਰ ਤੇ ਇੱਕ ਤਰਫਾ ਜੇਕਰ ਬਾਰਡਰ ਚੇਂਜ ਕਰਨ ਦਾ ਯਤਨ ਕਰਦਾ ਹੈ ਤਾਂ ਅਮਰੀਕਾ ਇਸ ਦੇ ਸਖਤ ਖਿਲਾਫ ਹੈ। ਤਾਂ ਇਹ ਬਿਆਨ ਜਿਹੜਾ ਸਾਰਾ ਸਮਝ ਆ ਗਿਆ ਆਪਾਂ ਨੂੰ ਕਿ ਇਹਨਾਂ ਨੇ ਚਾਈਨਾ ਦੇ ਜੋ ਇਸ ਵੇਲੇ ਉੱਥੇ ਹੈਗੇ ਨੇ ਹਮਲਾਵਰੀ ਰੋਕਣੇ, ਉਹਨਾਂ ਦੇ ਮੱਦੇ ਨਜ਼ਰ ਦਿੱਤਾ ਤੇ ਇੰਡੀਆ ਨਾਲ ਖੜਨ ਦਾ ਉਹਨਾਂ ਨੇ ਭਰੋਸਾ ਪ੍ਰਗਟਾਇਆ। ਪਰ ਇਹਦੇ 'ਚ ਇੱਕ ਫੈਕਟ ਹੋਰ ਵੀ ਹੈ ਕਿ ਦੇਖੋ, ਚਲੋ ਅੱਜ ਲੋੜ ਹੈ, ਤੁਹਾਨੂੰ ਪਤਾ ਹੀ ਹੈ ਕਿ ਦੁਨੀਆ ਦੀ ਤਾਕਤ ਜਿਹੜੀ ਉਹ ਕਿਸ ਤਰ੍ਹਾਂ ਬਦਲ ਰਹੀ ਹੈ, ਤਾਕਤ ਦੇ ਕੇਂਦਰ ਕਿਸ ਤਰ੍ਹਾਂ ਬਦਲ ਰਹੇ ਨੇ, ਉਹਨਾਂ ਕੇਂਦਰਾਂ ਦੇ ਵਿੱਚ ਗਰੁੱਪ ਕਿਸ ਤਰ੍ਹਾਂ ਬਦਲ ਰਹੇ ਨੇ, ਉਹ ਸਾਰਾ ਕੁਝ ਚੱਲ ਰਿਹਾ। ਪਰੰਤੂ ਇੱਕ ਇਹਦੇ ਵਿੱਚ ਇੱਕ ਫੈਕਟ ਜਿਹੜਾ ਹੈਗਾ ਉਹ ਮੈਂ ਜ਼ਰੂਰ ਐਡ ਆਨ ਕਰਨਾ ਚਾਹਾਂਗਾ ਕਿ ਦੇਖੋ, ਚਾਈਨਾ ਦਾ ਜਿਹੜਾ ਐਗਰੈਸ਼ਨ ਹੈ, ਚਲੋ ਉਦੋਂ ਆਪਾਂ ਇੰਟਰਨਲ ਪੋਲਿਟਿਕਸ ਦੇ ਜਿਹੜੇ ਉਹਨਾਂ ਦੇ ਇਸ ਵੇਲੇ ਹੈਗੇ ਜ਼ਰੂਰੀ ਪੱਖ, ਆਪਾਂ ਸ਼ੋਏ ਜ਼ਰੂਰ ਸੀਗੇ ਜਿੰਨਾ ਕੋਈ ਆਪਾਂ ਨੂੰ ਮਾਲੂਮ ਹੈ। ਪਰ ਇੱਕ ਪੱਖ ਹੋਰ ਵੀ ਹੈ ਇਸ ਕਹਾਣੀ ਦਾ ਵਿਜੇ ਜੀ, ਜਿਹੜਾ ਇਸ ਬਿਆਨ ਤੋਂ ਚੇਤੇ ਆਉਂਦਾ, ਉਹ ਇਹ ਆ ਕਿ ਇਹਨਾਂ ਨੇ LAC ਤੋਂ ਮਹਿਜ਼ ਜਿਹੜੀ ਉਹ ਲਾਈਨ ਆਫ ਐਕਚੁਅਲ ਕੰਟਰੋਲ ਆ LAC, ਉਹਦੇ ਤੋਂ ਮਹਿਜ਼ 100 ਕਿਲੋਮੀਟਰ ਦੂਰ ਜੰਗੀ ਅਭਿਆਸ ਕੀਤਾ ਸੀ ਕਿਹਨਾਂ ਨੇ? US ਤੇ ਇੰਡੀਆ ਨੇ। ਇਹ ਵੀ ਇੱਕ ਬਹੁਤ ਵੱਡਾ ਐਗਰੈਸ਼ਨ ਦਾ ਕਾਰਨ ਹੋ ਸਕਦਾ ਚਾਈਨਾ ਦੇ। ਕਿਉਂਕਿ ਉਹਨਾਂ ਨੇ ਉਦੋਂ ਵੀ ਕੌੜਿਆ ਸੀਗਾ ਇਹਨਾਂ ਨੂੰ ਕਿ ਤੁਸੀਂ ਅਜਿਹਾ ਨਾ ਕਰੋ, ਤੁਸੀਂ ਇਹਨਾਂ ਨੇੜੇ ਆ ਕੇ। ਕਿਉਂਕਿ ਹੁਣ ਦੇਖੋ, ਅੱਜ ਹੀ ਇੱਕ ਤੁਸੀਂ ਦੇਖਿਆ ਹੋਣਾ ਸ਼ਾਇਦ, ਨਹੀਂ ਤਾਂ ਤੁਸੀਂ ਦੇਖ ਲਓਗੇ ਹੁਣੇ ਉਹ ਖਬਰਾਂ ਜਿਹੜੀਆਂ ਨੇ ਚੱਲ ਪਈਆਂ ਨੇ ਕਿ ਇਹਨਾਂ ਨੇ ਇੱਕ ਸੈਟੇਲਾਈਟ ਇਮੇਜ ਵੀ ਜਾਰੀ ਕੀਤਾ ਵਾ, ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਤਾਂ ਅਮਰੀਕਾ ਦੀ ਹੀ ਇੱਕ ਏਜੰਸੀ ਨੂੰ ਜਾਰੀ ਕੀਤਾ ਸ਼ਾਇਦ। ਤਾਂ ਉਹਦੇ ਵਿੱਚ ਕੀ ਹੈ, ਉਹ ਦੱਸ ਰਿਹਾ ਕਿ 156 ਕਿਲੋਮੀਟਰ ਦੂਰ LAC ਤੋਂ 156 ਕਿਲੋਮੀਟਰ ਦੂਰ ਉਹਨਾਂ ਨੇ ਆਪਣੇ 에ਅਰਕ੍ਰਾਫਟ ਤੱਕ ਤਿਆਰ ਕਰ ਲਏ ਸਨ ਜੀ। ਮਤਲਬ ਕਿ ਇਸ ਝੜਪ ਤੋਂ ਬਾਅਦ ਉਹ ਸਾਰੇ ਜਿਹੜੇ ਵਿਜ਼ੂਅਲ ਹੈ ਉਹ ਸੈਟੇਲਾਈਟ ਰਾਹੀਂ ਹਾਸਲ ਹੋਏ ਆ। ਪਰੰਤੂ ਸਭ ਤੋਂ ਵੱਡੀ ਗੱਲ ਇਹ ਆ ਕਿ
ਤੁਸੀਂ 155 ਕਿਲੋਮੀਟਰ ਦੂਰ ਤੋਂ ਇੰਨੀ ਚਿੰਤਾ ਪ੍ਰਗਟਾਉਂਦੇ ਹੋ, ਤਾਂ 100 ਕਿਲੋਮੀਟਰ ਦੂਰ ਜਾ ਕੇ ਇਹੋ ਜਿਹੇ ਹਾਲਾਤ ਦੇ ਵਿੱਚ ਜਦੋਂ ਜੰਗੀ ਅਭਿਆਸ ਕਰੋਗੇ, ਉਹ ਵੀ US ਦੇ ਨਾਲ, ਤਾਂ ਕਿਤੇ ਨਾ ਕਿਤੇ ਫਿਰ ਜਿਹੜਾ ਡਰੈਗਨ ਹੈ ਉਹ ਵੀ ਥੋੜਾ ਭੜਕੇਗਾ ਤਾਂ ਹੈ, ਥੋੜਾ ਭੁੜਕੇਗਾ ਤਾਂ ਹੈ। ਤਾਂ ਕਿਤੇ ਨਾ ਕਿਤੇ ਇਸ ਬਿਆਨ ਤੋਂ ਜਿਹੜੀ ਗੱਲ ਨਿਕਲਦੀ ਹੈ ਤਾਂ ਉਹ ਹੈ ਕਿ ਜੰਗੀ ਅਭਿਆਸ ਇਕੱਠਿਆਂ ਨੇ ਕੀਤਾ ਸੀ, ਤੇ ਫਿਰ ਇਕੱਠਿਆਂ ਨੇ ਹੁਣ ਬਿਆਨ ਵੀ ਤਾਂ ਰਲ ਮਿਲ ਕੇ ਦੇਣਾ ਨਾ, ਬਾਈ ਅਸੀਂ ਇੱਕ ਹੈਗੇ ਆ ਜੀ। ਤੇ ਮਿੰਟੂ ਜੀ, ਅੱਜ ਦੀ ਖੁਸ਼ਨੁਮਾ ਖਬਰ ਕੀ ਆ? ਜੀ ਬਿਲਕੁਲ, ਅੱਜ ਦੀ ਖੁਸ਼ਨੁਮਾ ਖਬਰ ਇੱਕ ਕਹਿ ਲਓ ਕਿ ਸਾਡੇ ਦੇਸੀ ਮੁੰਡੇ ਦੀ, ਜਿਹੜਾ ਕਿ ਇਸ ਵੇਲੇ ਛਾਇਆ ਹੋਇਆ, ਖੋਖਰ ਪਿੰਡ ਦਾ ਰਹਿਣ ਵਾਲਾ, ਗੁਰਦਾਸਪੁਰ ਜ਼ਿਲ੍ਹਾ ਹੈ। ਇਸ ਵੇਲੇ ਮਾਰਸ਼ਲ ਆਰਟ ਦੇ ਵਿੱਚ ਬ੍ਰਿਟਿਸ਼ ਖੇਡ ਜਿਹੜੀ ਹੈ ਗਿਣੀ ਜਾਂਦੀ ਹੈ, ਉਹ ਬਲੈਕ ਬੈਲਟ ਜਿੱਤ ਕੇ ਉਹਨੇ ਨਾਂ ਰੌਸ਼ਨ ਕੀਤਾ ਹੈ। 10 ਸਾਲਾਂ ਤੋਂ ਜੂਡੋ ਖੇਡ ਰਿਹਾ। ਇਸ ਦੌਰਾਨ ਉਸਨੇ ਕੋਈ ਟ੍ਰੇਨਿੰਗ ਨਹੀਂ ਲਈ ਪ੍ਰੋਫੈਸ਼ਨਲ, YouTube ਤੇ ਮਿਕਸਡ ਮਾਰਸ਼ਲ ਆਰਟ ਦੀਆਂ ਕੁਝ ਵੀਡੀਓਜ਼ ਦੇਖੀਆਂ, ਉਸਦਾ ਝੁਕਾਅ ਹੋਇਆ, ਫਿਰ ਉਹਨੇ ਇਸ ਮਿਕਸਡ ਮਾਰਸ਼ਲ ਦੇ ਵਿੱਚ ਤਿਆਰੀ ਸ਼ੁਰੂ ਕਰ ਦਿੱਤੀ, ਔਰ ਤਿਆਰੀ ਵੀ ਖੇਤਾਂ ਦੇ ਵਿੱਚ ਕੀਤੀ। ਤੇ ਕਮਾਲ ਦੀ ਗੱਲ ਹੈ ਕਿ ਪੰਜਾਬ ਦਾ ਇਕਲੌਤਾ ਮਿਕਸਡ ਮਾਰਸ਼ਲ ਆਰਟ ਖਿਡਾਰੀ ਬਣਿਆ ਹੈ। ਨਾਮ ਤਾਂ ਇਸ ਬੰਦੇ ਦਾ ਕਹਿੰਦੇ ਕਿ ਵਾਰ-ਵਾਰ ਲੈਣ ਨੂੰ ਜੀ ਕਰਦਾ ਕਿ ਬੰਦੇ ਨੇ ਨਾਂ ਆਪਣਾ ਬਹੁਤ ਦੂਰ ਤੱਕ ਫੈਲਾ ਦਿੱਤਾ। ਖੋਖਰ ਪਿੰਡ ਦਾ ਇਹ ਰਹਿਣ ਵਾਲਾ ਕਰਨਦੀਪ ਸਿੰਘ, ਤਾਂ ਵਾਕਿਆ ਕਰਨ ਨੇ ਦਿਖਾ ਦਿੱਤਾ ਕਿ ਕਰਨਾ ਹੋਵੇ ਸਹੀ, ਕਰਨ ਨੂੰ ਕੀ ਨਹੀਂ ਹੁੰਦਾ। ਜੀ,